ਤੁਸੀਂ ਆਪਣੀ એનર્ਜੀ ਨੂੰ ਚੈਨਲਾਈਜ਼ ਕਰ ਲੋਗੇ ਕੰਸਟਰਕਟਿਵ ਹੋ ਜਾਏਗੀ, ਨਹੀਂ ਚੈਨਲਾਈਜ਼ ਕਰੋਗੇ ਤਾਂ ਡਿਸਟਰਕਟਿਵ ਹੋ ਜਾਏਗੀ, ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਬਿਲਕੁਲ ਤੇ ਉਹ ਸ਼ੈਤਾਨੀਆਂ ਕਰਦਾ ਤੇ ਮੇਰੇ ਅੰਦਰ ਬਹੁਤ એનર્ਜੀ ਸੀ। ਮੈਂ ਸੋਚਿਆ ਮੈਂ ਆਪਣੀ એનર્ਜੀ ਨੂੰ ਕਿਵੇਂ ਯੂਟਿਲਾਈਜ਼ ਕਰਾਂ। ਜਦੋਂ ਮੈਂ ਥੀਏਟਰ ਦੇ ਅੰਦਰ ਐਂਟਰ ਹੋਈ ਤਾਂ ਉਹਨਾਂ ਨੇ ਕਿਹਾ ਪਤਾ ਨਹੀਂ ਕਿੱਥੋਂ ਮੂੰਹ ਚੱਕ ਕੇ ਆ ਜਾਂਦੇ ਨੇ, ਨਾ ਆਵਾਜ਼ ਹੈ ਨਾ ਸ਼ਕਲ ਹੈ, ਕਿਉਂਕਿ ਮੈਂ ਤਾਂ ਬਹੁਤ ਹੌਲੀ ਬੋਲਦੀ ਕਿਉਂਕਿ ਮੈਂ ਟੈਲੀਵਿਜ਼ਨ ਕਰਕੇ ਆਈ ਸੀ, ਇਸ ਲਈ ਮੈਨੂੰ ਰੱਖ ਲਿਆ ਗਿਆ ਜੋ ਹੀ ਮੈਨੂੰ। ਲੇਕਿਨ 3-4 ਮਹੀਨੇ 'ਚ ਮੈਂ ਸਮਝ ਗਈ ਵੀ ਜਾਂ ਤਾਂ ਮੈਂ ਇੱਥੇ ਰਹੂੰਗੀ ਤੇ ਝੰਡੇ ਕੱਢੂੰਗੀ ਜਾਂ ਫਿਰ ਲੱਤ ਮਾਰ ਕੇ ਇੱਥੋਂ ਕੱਢ ਦਿੱਤੀ ਜਾਊਂਗੀ। ਥੀਏਟਰ ਦੀ ਐਮਏ ਕਰਨ ਤੋਂ ਬਾਅਦ ਮੇਰਾ ਅਸਲੀ ਸੰਘਰਸ਼ ਸ਼ੁਰੂ ਹੋਇਆ, ਜਦੋਂ ਮੈਨੂੰ ਪ੍ਰੈਸ਼ਰ ਪੈਣਾ ਸ਼ੁਰੂ ਹੋਇਆ ਕਿ ਬਸ ਹੋ ਗਿਆ ਹੁਣ ਤੇਰਾ ਵਿਆਹ ਕਰਨਾ ਹੈ। ਮੈਂ ਕਿਹਾ ਕਿਉਂ ਜੀ? ਕਹਿੰਦੇ ਤੂੰ ਸਾਡੀ ਜ਼ਿੰਮੇਵਾਰੀ, ਅਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦੇ ਹਾਂ। ਮੈਂ ਕਿਹਾ ਮੈਂ ਜ਼ਿੰਮੇਵਾਰੀ ਨਹੀਂ ਹਾਂ, ਮੈਂ ਤੁਹਾਡੀ ਧੀ ਹਾਂ, ਤੁਸੀਂ ਮੇਰੇ ਤੋਂ ਮੁਕਤ ਕਦੇ ਨਹੀਂ ਹੋ ਸਕਦੇ। ਤੁਸੀਂ ਮੈਨੂੰ ਜੰਮਿਆ, ਮੇਰਾ ਤੇ ਤੁਹਾਡਾ ਆਖਰੀ ਸਾਹ ਤੱਕ ਰਿਸ਼ਤਾ ਰਹਿਣਾ ਜੀ। ਸੋ ਆਪਣੀ ਜ਼ਿੰਮੇਵਾਰੀ ਲਾਉਣ ਦੀ ਲੋੜ ਨਹੀਂ, ਮੈਂ ਆਪਣੀ ਜ਼ਿੰਮੇਵਾਰੀ ਆਪ ਚੱਕ ਸਕਦੀ ਹਾਂ, ਮੈਂ ਆਪਣਾ ਬੋਝ ਆਪ ਚੱਕ ਸਕਦੀ ਹਾਂ। ਮੇਰੇ ਫਾਦਰ ਨੇ ਇੱਕ ਦਿਨ ਮੈਨੂੰ ਕਿਹਾ ਕਿ ਮੈਨੂੰ ਹਾਰਟ ਅਟੈਕ ਹੋ ਜਾਊਗਾ ਜੇ ਤੈਨੂੰ ਕੁਰਬਾਨੀ ਦੇਣੀ ਪੈਣੀ ਹੈ। ਮੈਂ ਉਸ ਦਿਨ ਰਾਜਵਿੰਦਰ ਸਿਰ ਝੁਕਾਤਾ, ਮੈਂ ਕਿਹਾ ਠੀਕ ਹੈ ਜੀ। ਓਕੇ। ਮੈਂ ਕਿਹਾ ਮੇਰੀ ਇੱਕ ਸ਼ਰਤ ਹੈ, ਮੁੰਡੇ ਨੂੰ ਇਹ ਜ਼ਰੂਰ ਕਹਿਣਾ ਕਿ ਸਾਡੀ ਕੁੜੀ ਪਹਿਲਾਂ ਥੀਏਟਰ ਕਰਦੀ ਸੀ, ਉਹਨੇ ਟੀਵੀ ਕੀਤਾ ਪਰ ਅੱਗੋਂ ਨਹੀਂ ਕਰੂ। 100 ਮੁੰਡੇ ਨੇ ਰਿਜੈਕਟ ਕਰਤਾ ਮੈਨੂੰ ਇਹ ਸੁਣ ਕੇ ਕਿ ਇਹ ਥੀਏਟਰ, ਕਹਿੰਦੇ ਇਹ ਤਾਂ ਕੁੜੀਆਂ ਬਹੁਤ ਐਡਵਾਂਸ ਹੁੰਦੀਆਂ ਨੇ, ਸਾਡੇ ਘਰ 'ਚ ਨਹੀਂ ਕੱਢ ਸਕਦੀਆਂ। ਇੱਕ ਮੁੰਡੇ ਨਾਲ ਮੇਰੀ ਗੱਲ ਤੈਅ ਹੋ ਗਈ, ਘਰ ਆ ਕੇ ਖੁਸ਼ੀ-ਖੁਸ਼ੀ ਡੱਬੇ ਲੈ ਕੇ ਆਏ, ਕਹਿੰਦੇ ਰਿਸ਼ਤਾ ਤੈਅ ਹੋ ਗਿਆ, ਸਭ ਕੁਝ ਹੋ ਗਿਆ। ਮੈਂ ਕਿਹਾ ਠੀਕ ਹੈ। ਕਹਿੰਦੇ ਤੂੰ ਮੁੰਡਾ ਦੇਖ ਲੈ। ਮੈਂ ਕਿਹਾ ਮੈਂ ਤਾਂ ਤੁਸੀਂ ਮੈਨੂੰ ਜੰਮਿਆ, ਤੁਸੀਂ ਦੇਖ ਲਿਆ, ਮੈਂ ਦੇਖ ਕੇ ਕੀ ਕਰਨਾ। ਠੀਕ ਹੈ ਓਕੇ। ਮੈਂ ਕਿਹਾ ਹੁਣ ਦੱਸਦਾ ਸੀਗਾ ਨਾ ਕਿ ਮੈਂ ਥੀਏਟਰ 'ਚ ਕੰਮ ਕਰਦੀ ਸੀ, ਹੈ ਮੈਂ ਟੀਵੀ 'ਚ ਕੰਮ ਕੀਤਾ। ਮੈਂ ਕਿਹਾ ਕੱਲ ਨੂੰ ਪ੍ਰੋਬਲਮ ਹੋਊਗੀ। ਕਹਿੰਦੇ ਹਾਂ ਫੰਬਲ ਆਏ। ਓਕੇ। ਮੈਂ ਕਿਹਾ ਨੋ, ਫੋਨ ਨੰਬਰ ਲਿਆਓ। ਮੈਂ ਫੋਨ ਮਿਲਾਇਆ, ਮੈਂ ਕਿਹਾ ਚਲੋ ਗੱਲ ਕਰੋ। ਉਹ ਕਹਿੰਦੇ ਜੀ ਨਮਸਕਾਰ ਜੀ, ਅਸੀਂ ਤੁਹਾਨੂੰ ਗੱਲ ਦੱਸਣਾ ਭੁੱਲ ਗਏ, ਆਪਣੀ ਗੁੱਡੀ ਨਾ ਥੀਏਟਰ ਦੀ ਐਮਏ ਕੀਤੀ ਹੋਈ ਨਾ, ਥੀਏਟਰ 'ਚ ਕੰਮ ਕਰਦੀ ਸੀ ਤੇ ਉਹਨੇ ਟੀਵੀ ਵੀ ਕੀਤਾ ਹੋਇਆ, ਟੈਲੀਵਿਜ਼ਨ 'ਚ ਵੀ ਕੰਮ ਕਰਦੀ ਸੀ ਬਹੁਤ ਸਾਰੇ ਜੀ। ਤੇ ਫਿਰ ਵਿਆਹ ਤੋਂ ਬਾਅਦ ਛੱਡ ਦੂਗੀ। ਕਹਿੰਦੀ ਸਾਨੂੰ ਅੱਧਾ ਘੰਟਾ ਦਿਓ। ਅੱਧੇ ਘੰਟੇ ਬਾਅਦ ਹੀ ਫੋਨ ਆ ਗਿਆ, ਕਹਿੰਦੇ ਸੌਰੀ ਜੀ ਅਸੀਂ ਰਿਸ਼ਤਾ ਨਹੀਂ ਕਰ ਸਕਦੇ। ਉਹ ਕਹਿੰਦੇ ਜੀ ਇੱਕ ਵਾਰ ਕੁੜੀ ਨੂੰ ਮਿਲ ਲਓ, ਸਾਡੀ ਕੁੜੀ ਬਹੁਤ ਸਾਊ ਆ ਜੀ। ਆ ਗਿਆ ਜੀ ਮੁੰਡਾ ਮੈਨੂੰ ਮਿਲਣ, ਬੈਠ ਗਏ ਜੀ ਅਸੀਂ। ਮੈਂ ਉਹਨੂੰ ਕਿਹਾ ਹੈਲੋ, ਕਹਿੰਦਾ ਹੈਲੋ। ਮੈਂ ਕਿਹਾ ਤੁਸੀਂ ਕੀ ਕੀਤਾ? ਕਹਿੰਦਾ ਮੈਂ ਪ੍ਰੋਡਕਸ਼ਨ ਇੰਜੀਨੀਅਰਿੰਗ ਕੀਤੀ ਹੈ। ਮੈਂ ਕਿਹਾ ਓਕੇ। ਕਹਿੰਦਾ ਤੁਸੀਂ ਕੀ ਕੀਤਾ? ਮੈਂ ਕਿਹਾ ਮੈਂ ਇੱਦਾਂ ਕੀਤਾ, ਆਹ ਕੀਤਾ, ਆਹ ਕੀਤਾ, ਮੈਂ ਥੀਏਟਰ ਕਰਦੀ ਹਾਂ, ਇੱਦਾਂ ਕਰਦੀ ਹਾਂ, ਉੱਦਾਂ ਕਰਦੀ ਹਾਂ, ਆਹ ਕਰਦੀ ਹਾਂ, ਇੱਦਾਂ ਕਰਦੀ ਹਾਂ। ਕਹਿੰਦਾ ਤੁਹਾਨੂੰ ਬਿਲਕੁਲ ਵੀ ਝੇਪ ਨਹੀਂ ਆ ਰਹੀ। ਅੱਛਾ। ਮੈਂ ਕਿਹਾ ਕਿਸ ਗੱਲ ਦੀ? ਮੈਂ ਕੋਈ ਪਾਪ ਕੀਤਾ? ਕਹਿੰਦਾ ਨਹੀਂ ਤੁਸੀਂ ਮੇਰੇ ਵੱਲ ਦੇਖੀ ਜਾ ਰਹੇ ਹੋ। ਮੈਂ ਕਿਹਾ ਕਿਉਂ? ਮੈਂ ਤੁਹਾਡੇ ਵੱਲ ਦੇਖ ਕਿਉਂ ਨਹੀਂ ਸਕਦੀ ਕਿ ਮੈਂ ਕੌਨਫੀਡੈਂਟ ਹਾਂ? ਮੈਂ ਕਿਹਾ ਤੁਹਾਨੂੰ ਲੱਗਦਾ? ਭਾਈ ਉਹਨੇ ਰੁਮਾਲ ਕੱਢਿਆ ਤੇ ਮੱਥਾ ਪਸੀਨਾ ਭਰ ਗਿਆ, ਪਸੀਨਾ ਪੋਚਿਆ। ਕਹਿੰਦਾ ਤੁਸੀਂ ਫਿਰ ਅੱਗੇ ਕੀ ਕਰਨਾ? ਮੈਂ ਕਿਹਾ ਮੈਂ UGC ਨੈਟ ਕੁਆਲੀਫਾਈ ਕੀਤਾ ਤੇ ਕਾਲਜਾਂ 'ਚ ਥੀਏਟਰ ਸਬਜੈਕਟ ਇੰਟਰੋਡਿਊਸ ਹੋਣ ਵਾਲਾ ਹੈ, ਜਾਂ ਯੂਨੀਵਰਸਿਟੀ 'ਚ ਮੈਂ ਜੌਬ ਅਪਲਾਈ ਕਰਾਂਗੀ, ਉਹ ਮੈਂ ਹੁਣ ਤੱਕ ਕੀਤੀ ਜੀ, ਮੈਂ ਪੜ੍ਹਾਵਾਂਗੀ। ਕਹਿੰਦਾ ਨਹੀਂ ਨਹੀਂ, ਯੰਗ ਸਟੂਡੈਂਟਸ ਨੂੰ ਨਹੀਂ ਪੜ੍ਹਾਉਣਾ, ਉਹ ਚੰਗੇ ਨਹੀਂ ਹੁੰਦੇ ਕਿਉਂਕਿ ਤੁਸੀਂ ਵੀ ਯੰਗ ਹੋ। ਅੱਛਾ ਜੀ। ਮਤਲਬ ਮੈਂ ਕਿਹਾ ਕੋਈ ਯੰਗ ਮੇਰਾ ਕੁਝ ਤੋੜ ਕੇ ਲੈ ਜਾਊਗਾ? ਮੈਂ ਕਿਹਾ ਮੈਨੂੰ ਮੇਰੇ ਕੈਰੈਕਟਰ ਬਾਰੇ ਪਤਾ, ਮੈਂ ਕਿਸ ਕਿਸਮ ਦੀ ਕੁੜੀ ਹਾਂ। ਮੈਂ ਉਹਨਾਂ ਨੂੰ ਪੜ੍ਹਾਉਣਾ ਹੈ ਕਿਉਂਕਿ ਮੈਂ ਥੀਏਟਰ ਪੜ੍ਹਾਉਣਾ ਹੈ। ਕਹਿੰਦਾ ਨਹੀਂ ਤੁਸੀਂ ਸਕੂਲ 'ਚ ਪੜ੍ਹਾ ਲਿਓ। ਮੈਂ ਕਿਹਾ ਇਹ ਤੁਸੀਂ ਤੈਅ ਕਰੋਗੇ, ਹਾਲੇ ਤਾਂ ਆਪਣਾ ਕੋਈ ਰਿਸ਼ਤਾ ਵੀ ਨਹੀਂ ਹੈਗਾ। ਕਹਿੰਦਾ ਆਫ ਕੋਰਸ ਮੈਂ ਹੀ ਤੈਅ ਕਰਾਂਗਾ। ਮੈਂ ਕਿਹਾ ਨਹੀਂ ਤੁਸੀਂ ਗਲਤ ਹੋ, ਤੁਸੀਂ ਤੁਹਾਡੇ ਬਾਰੇ ਤੈਅ ਕਰੋਗੇ, ਮੈਨੂੰ ਦੱਸੋਗੇ, ਮੈਂ ਆਪਣੇ ਬਾਰੇ ਤੈਅ ਕਰਾਂਗੀ, ਤੁਹਾਨੂੰ ਦੱਸੂਗੀ, ਤੁਸੀਂ ਮੈਨੂੰ ਮੇਰੀ ਰਿਸਪੌਂਸਿਬਿਲਿਟੀਜ਼ ਦੱਸੋਗੇ, ਮੈਂ ਆਪਣੀਆਂ ਰਿਸਪੌਂਸਿਬਿਲਿਟੀਜ਼ ਕਿਵੇਂ ਨਿਭਾਉਣੀਆਂ ਤੇ ਨਾਲ ਆਪਣਾ ਕੰਮ ਕਿਵੇਂ ਚਲਾਉਣਾ, ਅਸੀਂ ਇਹ ਡਿਸਕਸ ਕਰਾਂਗੇ ਜੀ। ਕਹਿੰਦਾ ਮੈਂ 1 ਮਿੰਟ ਹੁਣੀ ਆਇਆ। ਉਹ ਤਾਂ ਪਿਛਲੇ ਰਾਜ ਨਿਕਲ ਗਿਆ। ਅਸੀਂ ਬੈਠੇ ਰਹਿ ਗਏ। ਮੈਂ ਆਪਣੇ ਮਮ ਡੈਡ ਨੂੰ ਕਿਹਾ 10 ਮਿੰਟ ਹੋ ਗਏ, ਮੈਂ ਕਿਹਾ ਜੀ ਉਹ ਆਏ ਨਹੀਂ, ਪਤਾ ਨਹੀਂ ਕਿੱਥੇ ਗਏ। ਉਹਨਾਂ ਦੇ ਪੇਰੈਂਟਸ ਨੂੰ ਉਹਨੇ ਫੋਨ ਕੀਤਾ, ਕਹਿੰਦੇ ਜੀ ਉਹ ਮੁੰਡਾ ਤਾਂ ਘਰ ਚਲਾ ਗਿਆ। ਮੈਮ ਥੋੜਾ ਜਿਹਾ ਤੁਸੀਂ ਦੱਸੋ, ਜਿਵੇਂ ਤੁਹਾਡਾ ਜਦੋਂ ਸਫ਼ਰ ਸ਼ੁਰੂ ਹੋਇਆ ਸੀ ਥੀਏਟਰ ਲਾਈਨ ਦਾ, ਮਤਲਬ ਤੁਹਾਨੂੰ ਪ੍ਰੋਬਲਮ ਆਈਆਂ ਸੀ, ਕਿਵੇਂ ਤੁਸੀਂ ਇਸ ਲੈਵਲ ਤੱਕ ਪਹੁੰਚੇ? ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ ਮੈਂ ਥੀਏਟਰ ਨਾਂ ਦੀ ਕੋਈ ਚੀਜ਼ ਹੈ, ਮੈਂ ਇਸ 'ਚ ਜਾਣਾ ਹੈ। ਜਿਵੇਂ ਹੁੰਦਾ ਨਾ ਕੋਈ ਤੁਹਾਨੂੰ ਧੱਕਾ ਦੇ ਦਿੰਦਾ ਹੈ, ਕਿਸੇ ਨੇ ਮੈਨੂੰ ਧੱਕਾ ਦੇ ਦਿੱਤਾ, ਮੈਂ ਜਾ ਕੇ ਥੀਏਟਰ ਦੇ ਵਿਹੜੇ 'ਚ ਡਿੱਗੀ। ਮੈਂ ਦੇਖਿਆ ਆ ਕੀ ਹੈ, ਇਹ ਕਿਹੜੀ ਦੁਨੀਆ। ਮੇਰੇ ਅੰਦਰ એનર્ਜੀ ਬਹੁਤ ਸੀ ਨਹੀਂ ਹੈ ਜੀ, ਤੈਨੂੰ ਪਤਾ ਹੀ ਹੈ। એનર્ਜੀ ਜਿਹੜੀ ਹੈਗੀ ਹੈ ਨਾ, ਉਸ ਨੂੰ ਚੈਨਲਾਈਜ਼ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਉਹ ਡਿਸਟਰਕਟਿਵ ਹੋ ਜਾਂਦੀ ਹੈ ਜੀ। ਤੁਸੀਂ ਆਪਣੀ એનર્ਜੀ ਨੂੰ ਚੈਨਲਾਈਜ਼ ਕਰ ਲੋਗੇ, ਕੰਸਟਰਕਟਿਵ ਹੋ ਜਾਏਗੀ, ਨਹੀਂ ਚੈਨਲਾਈਜ਼ ਕਰੋਗੇ ਤਾਂ ਡਿਸਟਰਕਟਿਵ ਹੋ ਜਾਏਗੀ, ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਬਿਲਕੁਲ, ਤੇ ਉਹ ਸ਼ੈਤਾਨੀਆਂ ਕਰਦਾ। ਤੇ ਮੇਰੇ ਅੰਦਰ ਬਹੁਤ એનર્ਜੀ ਸੀ, ਮੈਂ ਸੋਚਿਆ ਮੈਂ ਆਪਣੀ એનર્ਜੀ ਨੂੰ ਕਿਵੇਂ ਯੂਟਿਲਾਈਜ਼ ਕਰਾਂ। ਜਦੋਂ ਮੈਂ ਥੀਏਟਰ ਦੇ ਅੰਦਰ ਐਂਟਰ ਹੋਈ ਤਾਂ ਉਹਨਾਂ ਨੇ ਕਿਹਾ ਪਤਾ ਨਹੀਂ ਕਿੱਥੋਂ ਮੂੰਹ ਚੱਕ ਕੇ ਆ ਜਾਂਦੇ ਨੇ, ਨਾ ਆਵਾਜ਼ ਹੈ ਨਾ ਸ਼ਕਲ ਹੈ, ਕਿਉਂਕਿ ਮੈਂ ਤਾਂ ਬਹੁਤ ਹੌਲੀ ਬੋਲਦੀ ਕਿਉਂਕਿ ਮੈਂ ਟੈਲੀਵਿਜ਼ਨ ਕਰਕੇ ਆਈ ਸੀ, ਇਸ ਲਈ ਮੈਨੂੰ ਰੱਖ ਲਿਆ ਗਿਆ ਜੋ ਹੀ ਮੈਨੂੰ। ਲੇਕਿਨ 3-4 ਮਹੀਨੇ 'ਚ ਮੈਂ ਸਮਝ ਗਈ ਵੀ ਜਾਂ ਤਾਂ ਮੈਂ ਇੱਥੇ ਰਹੂੰਗੀ ਤੇ ਝੰਡੇ ਕੱਢੂੰਗੀ ਜਾਂ ਫਿਰ ਲੱਤ ਮਾਰ ਕੇ ਇੱਥੋਂ ਕੱਢ ਦਿੱਤੀ ਜਾਊਂਗੀ। ਮੈਂ ਕਿਤਾਬਾਂ ਖੋਲ੍ਹ ਲਈਆਂ, ਰਿਆਜ਼ ਕਰਨਾ ਸ਼ੁਰੂ ਕੀਤਾ, ਆਵਾਜ਼ ਦਾ ਰਿਆਜ਼ ਕੀਤਾ, ਨਾਟਕ ਹੁੰਦੇ ਗਏ, ਹਰੇਕ ਨਾਟਕ 'ਚ ਮੈਂ ਲੀਡ ਰੋਲ ਕਰਦੀ ਗਈ। ਤੇ 2 ਸਾਲਾਂ ਬਾਅਦ ਜਦ ਮੈਂ ਦੇਖਿਆ ਕਿ ਓਹ ਹੋ ਮੈਂ ਤਾਂ ਸਟਾਰ ਬਣ ਗਈ ਹਾਂ,
ਤੇ ਮੇਰੇ ਅੰਦਰ ਇੱਕ ਕੌਨਫੀਡੈਂਸ ਖਾਸ ਕਿਸਮ ਦਾ ਆ ਗਿਆ ਕਿ ਮੈਨੂੰ ਸਭ ਕੁਝ ਆਉਂਦਾ। ਮੈਂ UGC ਨੈਟ ਕੁਆਲੀਫਾਈ ਕਰ ਚੁੱਕੀ ਸੀ, ਪਰ ਮੈਂ ਸਿਰਫ ਆਪਣੇ ਘਰਦਿਆਂ ਨੂੰ ਦਿਖਾਉਣ ਵਾਸਤੇ ਕਿ ਮੈਂ ਆਈ ਐਮ ਦਿਸ ਮਚ ਇੰਟੈਲੀਜੈਂਟ, ਕਿ ਮੈਂ ਸਭ ਕੁਝ ਕਰ ਸਕਦੀ ਹਾਂ। ਤੇ ਮੈਂ ਨੈਟ ਕੁਆਲੀਫਾਈ ਕਰ ਲਿਆ, ਪਰ ਮੈਂ ਕਿਹਾ ਨੌਕਰੀ ਨਹੀਂ ਕਰਨੀ, ਮੈਂ ਕਰੂੰਗੀ ਫ੍ਰੀਲਾਂਸਿੰਗ ਜੀ। ਐਕਚੁਅਲੀ ਮੈਂ ਇਹ ਨਹੀਂ ਸਮਝ ਪਾਈ ਕਿ ਥੀਏਟਰ ਦੀ MA ਕਰਨ ਤੋਂ ਬਾਅਦ ਮੇਰਾ ਅਸਲੀ ਸੰਘਰਸ਼ ਸ਼ੁਰੂ ਹੋਇਆ, ਜਦੋਂ ਮੈਨੂੰ ਪ੍ਰੈਸ਼ਰ ਪੈਣਾ ਸ਼ੁਰੂ ਹੋਇਆ ਕਿ ਬਸ ਹੋ ਗਿਆ, ਹੁਣ ਤੇਰਾ ਵਿਆਹ ਕਰਨਾ ਹੈ। ਮੈਂ ਕਿਹਾ ਕਿਉਂ ਜੀ? ਕਹਿੰਦੇ ਤੂੰ ਸਾਡੀ ਜ਼ਿੰਮੇਵਾਰੀ, ਅਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦੇ ਹਾਂ। ਮੈਂ ਕਿਹਾ ਮੈਂ ਜ਼ਿੰਮੇਵਾਰੀ ਨਹੀਂ ਆ, ਮੈਂ ਤੁਹਾਡੀ ਧੀ ਆ, ਤੁਸੀਂ ਮੇਰੇ ਤੋਂ ਮੁਕਤ ਕਦੇ ਨਹੀਂ ਹੋ ਸਕਦੇ। ਤੁਸੀਂ ਮੈਨੂੰ ਜੰਮਿਆ, ਮੇਰਾ ਤੇ ਤੁਹਾਡਾ ਆਖਰੀ ਸਾਹ ਤੱਕ ਰਿਸ਼ਤਾ ਰਹਿਣਾ ਜੀ। ਸੋ ਆਪਣੀ ਜ਼ਿੰਮੇਵਾਰੀ ਲਾਉਣ ਦੀ ਲੋੜ ਨਹੀਂ, ਮੈਂ ਆਪਣੀ ਜ਼ਿੰਮੇਵਾਰੀ ਆਪ ਚੱਕ ਸਕਦੀ ਹਾਂ, ਮੈਂ ਆਪਣਾ ਬੋਝ ਆਪ ਚੱਕ ਸਕਦੀ ਹਾਂ। ਕਿਉਂਕਿ ਮੈਂ ਥੀਏਟਰ ਦੀ MA ਕਰਨ ਦੇ ਦਰਮਿਆਨ ਹੀ TV ਰੇਡੀਓ ਸਾਰੇ ਆਡੀਸ਼ਨ ਕਲੀਅਰ ਕਰ ਲਏ ਸੀ, ਮੈਂ ਸੈਲਫ ਸਫੀਸ਼ੀਐਂਟ ਹੋ ਚੁੱਕੀ ਸੀ। ਮੈਂ ਰੇਡੀਓ ਤੇ ਕੰਮ ਕਰਦੀ ਸੀ ਤੇ ਮੇਰੇ ਹੱਥ 'ਚ ਪੈਸੇ ਆਉਣ ਲੱਗੇ ਸੀ। ਮੈਂ ਘਰਦਿਆਂ ਤੋਂ ਪੈਸੇ ਕਦੇ ਨਹੀਂ ਲਏ। ਮੈਂ ਉਹਨਾਂ ਨੂੰ ਕਿਹਾ ਮੈਂ ਆਪਣਾ ਬੋਝ ਚੱਕ ਸਕਦੀ ਹਾਂ ਤੇ ਚੱਕਾਂਗੀ। ਹਾਲੇ ਮੈਨੂੰ ਕਹਿੰਦੇ ਕਰਨਾ ਕੀ ਹੈ? ਮੈਂ ਕਿਹਾ ਜੋ ਮੈਨੂੰ ਗਾਈਡ ਕਰਨ ਵਾਲਾ ਮੇਰੇ ਪਿੱਛੇ ਕੋਈ ਨਹੀਂ ਸੀਗਾ ਜੀ, ਮੈਨੂੰ ਰਾਹ ਦਿਖਾਉਣ ਵਾਲਾ ਕੋਈ ਨਹੀਂ ਸੀਗਾ, ਇਸ ਕਰਕੇ ਮੈਨੂੰ ਵਕਤ ਲੱਗਿਆ। ਮੈਨੂੰ ਆਜ਼ਾਦੀ ਦੇ ਦਿਓ, ਮੈਂ ਜਾ ਕੇ ਬਹੁਤ ਸਾਰੀਆਂ ਔਰਤਾਂ ਕੁੜੀਆਂ ਨਾਲ ਸਮਾਜ ਲਈ ਕੰਮ ਕਰਨਾ ਜੀ। ਕਹਿੰਦੇ ਇਹ ਜਦੋਂ ਕੋਈ ਪਾਗਲ ਕਰਦਾ ਹੈ, ਮੈਂ ਕਿਹਾ ਮੈਂ ਪਾਗਲ ਹਾਂ ਤੇ ਸਮਝ ਲਓ ਮੈਂ ਮੈਂਟਲ ਹਾਂ। ਕਹਿੰਦੇ ਅਸੀਂ ਨਹੀਂ ਜਾਣ ਦੇਣਾ। ਉਹਨਾਂ ਨੇ ਮੈਨੂੰ ਘਰ ਬਿਠਾ ਲਿਆ, ਓਕੇ, ਚੌਰਾਹਿਆਂ 'ਚ ਤਾਲੇ ਰੱਖਤੇ, ਝਾੜੂ ਰਖਵਾਏ, ਦੀਵੇ ਜਲਾਏ, ਵਰਤ ਰਖਵਾਏ ਕਿ ਕਿਸੇ ਤਰੀਕੇ ਨਾਲ ਇਹਦਾ ਰਿਸ਼ਤਾ ਸਿਰੇ ਚੜ ਜਾਏ। 150 ਮੁੰਡਾ ਦੇਖਿਆ ਮੇਰੇ ਮਾਂ-ਬਾਪ ਨੇ। ਆਖਿਰਕਾਰ ਮੇਰੀ ਇੱਕੋ ਹੀ ਸ਼ਰਤ ਸੀ ਕਿ ਮੁੰਡੇ ਨੂੰ ਦੱਸਣਾ ਕਿ ਸਾਡੀ ਕੁੜੀ ਥੀਏਟਰ ਤੇ TV 'ਚ ਕੰਮ ਕਰਦੀ ਸੀ, ਪਰ ਅੱਗੇ ਤੋਂ ਨਹੀਂ ਕਰੂਗੀ। ਮੇਰੇ ਫਾਦਰ ਨੇ ਇੱਕ ਦਿਨ ਮੈਨੂੰ ਕਿਹਾ ਕਿ ਮੈਨੂੰ ਹਾਰਟ ਅਟੈਕ ਹੋ ਜਾਊਗਾ ਜੇ ਤੈਨੂੰ ਕੁਰਬਾਨੀ ਦੇਣੀ ਪੈਣੀ ਹੈ। ਮੈਂ ਉਸ ਦਿਨ ਰਾਜਵਿੰਦਰ ਸਿਰ ਝੁਕਾਤਾ। ਮੈਂ ਕਿਹਾ ਠੀਕ ਹੈ ਜੀ, ਓਕੇ। ਮੈਂ ਕਿਹਾ ਮੇਰੀ ਇੱਕ ਸ਼ਰਤ ਹੈ, ਮੁੰਡੇ ਨੂੰ ਇਹ ਜ਼ਰੂਰ ਕਹਿਣਾ ਕਿ ਸਾਡੀ ਕੁੜੀ ਪਹਿਲਾਂ ਥੀਏਟਰ ਕਰਦੀ ਸੀ, ਹੁਣ TV ਕੀਤਾ, ਪਰ ਅੱਗੋਂ ਨਹੀਂ ਕਰੂਗੀ। 100 ਮੁੰਡੇ ਨੇ ਰਿਜੈਕਟ ਕਰਤਾ ਮੈਨੂੰ ਇਹ ਸੁਣ ਕੇ ਕਿ ਇਹ ਥੀਏਟਰ, ਕਹਿੰਦੇ ਇਹ ਤਾਂ ਕੁੜੀਆਂ ਬਹੁਤ ਐਡਵਾਂਸ ਹੁੰਦੀਆਂ ਨੇ, ਸਾਡੇ ਘਰ 'ਚ ਨਹੀਂ ਕੱਟ ਸਕਦੀਆਂ। ਇੱਕ ਮੁੰਡੇ ਨਾਲ ਮੇਰੀ ਗੱਲ ਤੈਅ ਹੋ ਗਈ, ਘਰ ਆ ਕੇ ਖੁਸ਼ੀ-ਖੁਸ਼ੀ ਡੱਬੇ ਲੈ ਕੇ ਆਏ, ਕਹਿੰਦੇ ਰਿਸ਼ਤਾ ਤੈਅ ਹੋ ਗਿਆ, ਸਭ ਕੁਝ ਹੋ ਗਿਆ। ਮੈਂ ਕਿਹਾ ਠੀਕ ਹੈ। ਕਹਿੰਦੇ ਤੂੰ ਮੁੰਡਾ ਦੇਖ ਲੈ। ਮੈਂ ਕਿਹਾ ਮੈਂ ਤਾਂ ਤੁਸੀਂ ਮੈਨੂੰ ਜੰਮਿਆ, ਤੁਸੀਂ ਦੇਖ ਲਿਆ, ਮੈਂ ਦੇਖ ਕੇ ਕੀ ਕਰਨਾ? ਠੀਕ ਹੈ, ਓਕੇ। ਮੈਂ ਕਿਹਾ ਹੁਣ ਦੱਸਦਾ ਸੀਗਾ ਨਾ ਕਿ ਮੈਂ ਥੀਏਟਰ 'ਚ ਕੰਮ ਕਰਦੀ ਸੀ, ਹੈ ਮੈਂ TV 'ਚ ਕੰਮ ਕੀਤਾ। ਮੈਂ ਕਿਹਾ ਕੱਲ ਨੂੰ ਪ੍ਰੋਬਲਮ ਹੋਊਗੀ। ਕਹਿੰਦੇ ਹਾਂ ਫੰਬਲ ਆਏ, ਓਕੇ। ਮੈਂ ਕਿਹਾ ਨੋ, ਫੋਨ ਨੰਬਰ ਲਿਆਓ। ਮੈਂ ਫੋਨ ਮਿਲਾਇਆ, ਮੈਂ ਕਿਹਾ ਚਲੋ ਗੱਲ ਕਰੋ। ਉਹ ਕਹਿੰਦੇ ਜੀ ਨਮਸਕਾਰ ਜੀ, ਅਸੀਂ ਤੁਹਾਨੂੰ ਇੱਕ ਗੱਲ ਦੱਸਣਾ ਭੁੱਲ ਗਏ, ਆਪਣੀ ਗੁੱਡੀ ਨਾ ਥੀਏਟਰ ਦੀ MA ਕੀਤੀ ਹੋਈ ਹੈ ਨਾ, ਥੀਏਟਰ 'ਚ ਕੰਮ ਕਰਦੀ ਸੀ ਤੇ ਉਹਨੇ TV ਵੀ ਕੀਤਾ ਹੋਇਆ, ਟੈਲੀਵਿਜ਼ਨ 'ਚ ਵੀ ਕੰਮ ਕਰਦੀ ਸੀ ਬਹੁਤ ਸਾਰੇ ਤੇ ਫਿਰ ਵਿਆਹ ਤੋਂ ਬਾਅਦ ਛੱਡ ਦੂਗੀ। ਕਹਿੰਦੇ ਸਾਨੂੰ ਅੱਧਾ ਘੰਟਾ ਦਿਓ। ਅੱਧੇ ਘੰਟੇ ਬਾਅਦ ਹੀ ਫੋਨ ਆ ਗਿਆ, ਕਹਿੰਦੇ ਸੌਰੀ ਜੀ ਅਸੀਂ ਰਿਸ਼ਤਾ ਨਹੀਂ ਕਰ ਸਕਦੇ। ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਤੁਸੀਂ ਕੱਲ ਮੇਰੀ ਮੰਗਣੀ ਕਰ ਦਿੰਦੇ, ਤੁਸੀਂ ਗੱਡੀਆਂ ਬੁੱਕ ਕੀਤੀਆਂ ਹੋਈਆਂ। ਉਸ ਮੁੰਡੇ ਨੂੰ ਮੰਗਣੀ ਤੋਂ ਬਾਅਦ ਪਤਾ ਲੱਗਦਾ ਕਿ ਮੈਂ ਇਦਾਂ ਦੀ ਹਾਂ। ਕੋਈ ਮੇਰਾ ਦੋਸਤ ਆ ਜਾਂਦਾ, ਮੈਂ ਉਹਦੇ ਨਾਲ ਹੱਥ ਮਿਲਾ ਲੈਂਦੀ, ਉਹ ਤਾਂ ਬਰਦਾਸ਼ਤ ਨਹੀਂ ਹੋਣਾ ਸੀ ਜਿਸ ਕਿਸਮ ਦੀ ਸੋਚ ਉਸ ਬੰਦੇ ਦੀ ਹੈ ਜੀ। ਮੈਨੂੰ ਗੱਲ ਕਰਕੇ ਪਤਾ ਲੱਗ ਗਿਆ। ਮੈਂ ਕਿਹਾ ਤੁਸੀਂ ਕਿਉਂ? ਕਹਿੰਦੇ ਨਹੀਂ ਤੇਰੀ ਇੱਕ ਮੁਲਾਕਾਤ ਕਰਾਉਂਦੇ ਆ। ਉਹ ਕਹਿੰਦੇ ਜੀ ਇੱਕ ਵਾਰ ਕੁੜੀ ਨੂੰ ਮਿਲ ਲਓ, ਸਾਡੀ ਕੁੜੀ ਬਹੁਤ ਸਾਊ ਆ ਜੀ। ਆ ਗਿਆ ਜੀ ਮੁੰਡਾ ਮੈਨੂੰ ਮਿਲਣ, ਬੈਠ ਗਏ ਜੀ ਅਸੀਂ। ਮੈਂ ਉਹਨੂੰ ਕਿਹਾ ਹੈਲੋ। ਕਹਿੰਦਾ ਹੈਲੋ। ਮੈਂ ਕਿਹਾ ਤੁਸੀਂ ਕੀ ਕੀਤਾ? ਕਹਿੰਦਾ ਮੈਂ ਪ੍ਰੋਡਕਸ਼ਨ ਇੰਜੀਨੀਅਰਿੰਗ ਕੀਤੀ ਹੈ। ਮੈਂ ਕਿਹਾ ਓਕੇ। ਕਹਿੰਦਾ ਤੁਸੀਂ ਕੀ ਕੀਤਾ? ਮੈਂ ਕਿਹਾ ਮੈਂ ਇੱਦਾਂ ਕੀਤਾ, ਮੈਂ ਥੀਏਟਰ ਕਰਦੀ ਹਾਂ, ਇੱਦਾਂ ਕਰਦੀ ਹਾਂ, ਉੱਦਾਂ ਕਰਦੀ ਹਾਂ, ਆਹ ਕਰਦੀ ਹਾਂ, ਇੱਦਾਂ ਕਰਦੀ ਹਾਂ। ਕਹਿੰਦਾ ਤੁਹਾਨੂੰ ਬਿਲਕੁਲ ਵੀ ਝੇਪ ਨਹੀਂ ਆ ਰਹੀ। ਅੱਛਾ। ਮੈਂ ਕਿਹਾ ਕਿਸ ਗੱਲ ਦੀ? ਮੈਂ ਕੋਈ ਪਾਪ ਕੀਤਾ? ਕਹਿੰਦਾ ਨਹੀਂ ਤੁਸੀਂ ਮੇਰੇ ਵੱਲ ਦੇਖੀ ਜਾ ਰਹੇ ਹੋ। ਮੈਂ ਕਿਹਾ ਕਿਉਂ? ਮੈਂ ਤੁਹਾਡੇ ਵੱਲ ਦੇਖ ਕਿਉਂ ਨਹੀਂ ਸਕਦੀ ਕਿ ਮੈਂ ਕੌਨਫੀਡੈਂਟ ਆ? ਮੈਂ ਕਿਹਾ ਤੁਹਾਨੂੰ ਲੱਗਦਾ? ਭਾਈ ਉਹਨੇ ਰੁਮਾਲ ਕੱਢਿਆ ਤੇ ਮੱਥਾ ਪਸੀਨਾ ਭਰ ਗਿਆ, ਪਸੀਨਾ ਪੋਚਿਆ। ਮੈਂ ਕਿਹਾ ਤੁਹਾਨੂੰ ਮੇਰੇ ਤੋਂ ਡਰ ਲੱਗ ਰਿਹਾ? ਮੈਂ ਕਿਹਾ ਅਸੀਂ ਆਪਣਾ ਜੀਵਨ ਇਕੱਠੇ ਸ਼ੁਰੂ ਕਰਨ ਵਾਲੇ ਹਾਂ ਜੀ। ਜੇ ਅਸੀਂ ਇੱਕ ਦੂਸਰੇ ਦੀ ਅੱਖ ਚੱਕ ਪਾ ਕੇ ਗੱਲ ਨਹੀਂ ਕਰਾਂਗੇ ਤਾਂ ਸਾਨੂੰ ਇੱਕ ਦੂਸਰੇ ਬਾਰੇ ਪਤਾ ਕਿਵੇਂ ਲੱਗੇਗਾ? ਕਹਿੰਦਾ ਅੱਛਾ ਕਹਿੰਦਾ ਤੁਸੀਂ ਫਿਰ ਅੱਗੇ ਕੀ ਕਰਨਾ? ਮੈਂ ਕਿਹਾ ਮੈਂ UGC ਨੈਟ ਕੁਆਲੀਫਾਈ ਕੀਤਾ ਤੇ ਕਾਲਜਾਂ 'ਚ ਥੀਏਟਰ ਸਬਜੈਕਟ ਇੰਟਰੋਡਿਊਸ ਹੋਣ ਵਾਲਾ ਹੈ, ਜਾਂ ਯੂਨੀਵਰਸਿਟੀ 'ਚ ਮੈਂ ਜੌਬ ਅਪਲਾਈ ਕਰਾਂਗੀ, ਉਹ ਮੈਂ ਹੁਣ ਤੱਕ ਕੀਤੀ ਨਹੀਂ ਜੀ, ਮੈਂ ਪੜ੍ਹਾਵਾਂਗੀ। ਕਹਿੰਦਾ ਨਹੀਂ ਯੰਗ ਸਟੂਡੈਂਟਸ ਨੂੰ ਨਹੀਂ ਪੜ੍ਹਾਉਣਾ, ਉਹ ਚੰਗੇ ਨਹੀਂ ਹੁੰਦੇ ਕਿਉਂਕਿ ਤੁਸੀਂ ਵੀ ਯੰਗ ਹੋ। ਅੱਛਾ ਜੀ, ਮਤਲਬ ਮੈਂ ਕਿਹਾ ਕੋਈ ਯੰਗ ਮੇਰਾ ਕੁਝ ਤੋੜ ਕੇ ਲੈ ਜਾਊਗਾ? ਮੈਂ ਕਿਹਾ ਮੈਨੂੰ ਮੇਰੇ ਕੈਰੈਕਟਰ ਬਾਰੇ ਪਤਾ, ਮੈਂ ਕਿਸ ਕਿਸਮ ਦੀ ਕੁੜੀ ਹਾਂ। ਮੈਂ ਉਹਨਾਂ ਨੂੰ ਨਹੀਂ ਪੜ੍ਹਾਉਣਾ ਹੈ ਕਿਉਂਕਿ ਮੈਂ ਥੀਏਟਰ ਪੜ੍ਹਾਉਣਾ ਹੈ। ਕਹਿੰਦਾ ਨਹੀਂ ਤੁਸੀਂ ਸਕੂਲ 'ਚ ਪੜ੍ਹਾ ਲਿਓ। ਮੈਂ ਕਿਹਾ ਇਹ ਤੁਸੀਂ ਤੈਅ ਕਰੋਗੇ, ਹਾਲੇ ਤਾਂ ਆਪਣਾ ਕੋਈ ਰਿਸ਼ਤਾ ਵੀ ਨਹੀਂ ਹੈਗਾ। ਕਹਿੰਦਾ ਆਫ ਕੋਰਸ ਮੈਂ ਹੀ ਤੈਅ ਕਰਾਂਗਾ। ਮੈਂ ਕਿਹਾ ਨਹੀਂ ਤੁਸੀਂ ਗਲਤ ਹੋ, ਤੁਸੀਂ ਤੁਹਾਡੇ ਬਾਰੇ ਤੈਅ ਕਰੋਗੇ, ਮੈਨੂੰ ਦੱਸੋਗੇ, ਮੈਂ ਆਪਣੇ ਬਾਰੇ ਤੈਅ ਕਰਾਂਗੀ, ਤੁਹਾਨੂੰ ਦੱਸੂਗੀ। ਤੁਸੀਂ ਮੈਨੂੰ ਮੇਰੀ ਰਿਸਪੌਂਸਿਬਿਲਿਟੀਜ਼ ਦੱਸੋਗੇ, ਮੈਂ ਆਪਣੀਆਂ ਰਿਸਪੌਂਸਿਬਿਲਿਟੀਜ਼ ਕਿਵੇਂ ਨਿਭਾਉਣੀਆਂ ਤੇ ਨਾਲ ਆਪਣਾ ਕੰਮ ਕਿਵੇਂ ਚਲਾਉਣਾ, ਅਸੀਂ ਇਹ ਡਿਸਕਸ ਕਰਾਂਗੇ ਜੀ। ਕਹਿੰਦਾ ਮੈਂ 1 ਮਿੰਟ ਹੁਣੀ ਆਇਆ। ਉਹ ਤਾਂ ਪਿਛਲੇ ਦਰਵਾਜ਼ੇ ਨਿਕਲ ਗਿਆ। ਅਸੀਂ ਬੈਠੇ ਰਹਿ ਗਏ। ਮੈਂ ਆਪਣੇ ਮਮ ਡੈਡ ਨੂੰ ਕਿਹਾ 10 ਮਿੰਟ ਹੋ ਗਏ। ਮੈਂ ਕਿਹਾ ਜੀ ਉਹ ਆਏ ਨਹੀਂ, ਪਤਾ ਨਹੀਂ ਕਿੱਥੇ ਗਏ। ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਨੇ ਫੋਨ ਕੀਤਾ, ਕਹਿੰਦੇ ਜੀ ਉਹ ਮੁੰਡਾ ਤਾਂ ਘਰ ਚਲਾ ਗਿਆ। ਅੱਛਾ। ਮੈਂ ਆਪਣੇ ਪੇਰੈਂਟਸ ਨੂੰ ਕਿਹਾ ਕਿ ਦੋਨੋਂ ਹੱਥ ਜੋੜ ਕੇ ਮੇਰੀ ਬੇਨਤੀ ਹੈ, ਮੈਨੂੰ ਇਸ ਕਿਸਮ ਦਾ ਵਿਆਹ ਨਹੀਂ ਚਾਹੀਦਾ ਜੀ। ਤੁਸੀਂ ਆਪਣੀ ਖੁਸ਼ੀ ਲਈ ਮੇਰੀ ਕੁਰਬਾਨੀ ਦੇਣਾ ਚਾਹੁੰਦੇ ਹੋ, ਮੈਂ ਇਸ ਘਰ 'ਚ ਕਦੇ ਵੀ ਖੁਸ਼ ਨਹੀਂ ਰਹਿ ਸਕਦੀ।
ਜੇ ਮੈਨੂੰ ਕੋਈ ਚੰਗਾ ਲੱਗਿਆ ਮੈਂ ਤੁਹਾਨੂੰ ਦੱਸੂਗੀ, ਉਹਦੇ ਨਾਲ ਮੇਰਾ ਵਿਆਹ ਕਰ ਦਿਓ ਜੀ। ਪਰ ਲੇਕਿਨ ਇਸ ਕਿਸਮ ਦੀ ਜ਼ਿੰਦਗੀ, ਇੰਨੀ ਦੋਗਲੀ ਸੋਚ ਵਾਲੀ ਸੁਸਾਇਟੀ, ਜਿਹੜਾ ਡਬਲ ਸਟੈਂਡਰਡਸ ਹੈ, ਉਹਨਾਂ ਦੇ ਨਾਲ ਮੈਂ ਜੀ ਨਹੀਂ ਸਕਦੀ। ਇਹ ਬਹੁਤ ਔਖਾ ਕੰਮ ਹੈ ਜੀ। ਕਿਸੇ ਇੱਕ ਨੂੰ ਕੁਰਬਾਨੀ ਦੇਣੀ ਪਊਗੀ। ਜੇ ਤੁਸੀਂ ਮੇਰੇ ਮਾਂ-ਬਾਪ ਹੈ, ਤੁਸੀਂ ਕੁਰਬਾਨੀ ਦਿੰਦੇ ਆ ਤਾਂ ਸਾਰੀ ਜ਼ਿੰਦਗੀ ਮੈਂ ਸੌਖੀ ਰਹੂੰਗੀ। ਮੈਂ ਕੁਰਬਾਨੀ ਦਿੰਨੀ ਆ ਤਾਂ ਸਾਰੀ ਜ਼ਿੰਦਗੀ ਦੋਨੋਂ ਧਿਰਾਂ ਮੈਨੂੰ ਧੁਖਦੀ ਦੇਖ ਕੇ ਤੁਸੀਂ ਵੀ ਧੁਖਣਾ ਹੈ। ਫਿਰ ਉਹ ਸਮਝ ਗਏ। ਪ੍ਰੈਸ਼ਰਾਈਜ਼ ਤਾਂ ਨਹੀਂ ਕੀਤਾ ਫਿਰ ਕਦੇ? ਕੀਤਾ। ਕਹਿੰਦੇ ਲੋਕਾਂ ਨੂੰ ਕੀ ਜਵਾਬ ਦੇਵਾਂਗੇ? ਮੈਂ ਕਿਹਾ ਲੋਕਾਂ ਨੂੰ ਕਿਉਂ, ਸਾਡੀ ਧੀ ਨੇ ਮਦਰ ਟੈਰੇਸਾ ਦੀ ਕੁੱਖੋਂ ਜਨਮ ਲਿਆ, ਉਹ ਸਮਾਜ ਲਈ ਕੰਮ ਕਰਨਾ ਚਾਹੁੰਦੀ ਹੈ, ਉਹ ਹਜ਼ਾਰਾਂ ਕੁੜੀਆਂ ਦੇ ਰਾਹਾਂ ਨੂੰ ਰੋਸ਼ਨਾਉਣਾ ਚਾਹੁੰਦੀ ਹੈ, ਉਹਨਾਂ ਨੂੰ ਰਸਤਾ ਦਿਖਾਉਣਾ ਚਾਹੁੰਦੀ ਹੈ, ਉਹਨਾਂ ਦੇ ਨਾਲ ਚੱਲਣਾ ਚਾਹੁੰਦੀ ਹੈ, ਤੇ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੈਗੀ। ਮੈਂ ਕਿਹਾ ਉਹਨੂੰ ਕਿਉਂ ਕਿ ਸਾਡੀ ਧੀ ਨੇ ਵਿਆਹ ਨਹੀਂ ਕਰਾਇਆ ਤਾਂ ਉਹ ਹਿੰਦੁਸਤਾਨ ਦੀ ਆਬਾਦੀ ਨੂੰ ਘਟਾਉਣ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ, ਵਧਾਉਣ ਵਿੱਚ ਨਹੀਂ। ਜੀ ਜੀ। ਨਾਲੇ ਸਾਡੀ ਧੀ ਸਾਡੀ ਹੈ, ਉਹਦੇ ਨਾਲ ਜੋ ਵੀ ਹੋਊਗਾ ਅਸੀਂ ਦੇਖ ਲਾਂਗੇ। ਬਸ ਮੇਰੇ ਫਾਦਰ ਨੂੰ ਫਿਰ ਇਹ ਗੱਲ ਸਮਝ ਆ ਗਈ। ਫਿਰ ਉਹਨਾਂ ਨੇ ਫਿਰ ਵੀ ਤਿੜਫਿੜ ਕਰਦੇ ਰਹੇ। ਮੈਂ ਆਪਣੇ ਨਾਨਕੇ ਫੋਨ ਕਰਿਆ, ਮੇਰੀ ਨਾਨੀ ਆਈ, ਮੇਰੇ ਮਾਮੇ ਆਏ, ਉਹ ਕਹਿੰਦੇ ਭਾਈ ਅੱਜ ਤੋਂ ਬਾਅਦ ਕੁੜੀ ਅਸੀਂ ਲੈ ਕੇ ਜਾ ਰਹੇ ਹਾਂ, ਇਹ ਵਿਆਹ ਕਰਾਵੇ ਨਾ ਕਰਾਵੇ ਅਸੀਂ ਇਹਨੂੰ ਰੋਟੀ ਖਵਾਵਾਂਗੇ, ਥੈਂਕ ਯੂ, ਲੈ ਕੇ ਮੈਨੂੰ। ਬਸ ਫਿਰ ਉਹ ਦਿਨ ਕਦੇ ਆਏ ਹੀ ਨਹੀਂ, ਪ੍ਰੈਸ਼ਰ ਕਦੇ ਹੋਏ ਨਹੀਂ। ਮੇਰੀ ਮੰਮੀ ਵਿੱਚ ਮੈਨੂੰ ਕਹਿੰਦੇ ਰਹੇ ਕੋਈ ਨਾ ਜਦ 30 ਦੀ ਹੋਈ ਫਿਰ ਰੋਏਂਗੀ, 30 ਬੀਤ ਗਏ, ਕਹਿੰਦੀ 35 ਦੀ, ਮੈਂ ਕਿਹਾ ਫਿਰ 40, ਮੈਂ ਕਿਹਾ 45, ਉਹ ਤੋਂ ਬਾਅਦ ਤਾਂ ਖੈਰ ਮੌਕਾ ਨਹੀਂ ਮਿਲਿਆ ਮੇਰੀ ਮਾਂ ਨੂੰ ਇਹ ਗੱਲ ਕਹਿਣ ਦਾ। ਕਹਿੰਦੀ ਨਹੀਂ ਭਾਈ ਤੂੰ ਤਾਂ ਬਹੁਤ ਹਿੰਮਤ ਵਾਲੀ, ਮੈਨੂੰ ਤਾਂ ਲੱਗਦਾ ਹੀ ਨਹੀਂ ਤੂੰ ਮੇਰੀ ਧੀ ਹੈ। ਕਿਉਂਕਿ ਮੇਰੇ ਮਦਰ ਥੋੜੇ ਜਿਹੇ ਇੱਕ ਸਿਸਟਮ 'ਚ ਫਿਟ ਇਨ ਹੋਣ ਵਾਲੇ, ਜੌਬ ਕੀਤੀ, ਘਰ ਆ ਗਏ, ਬੱਚੇ ਪਾਲੇ, ਰੋਟੀ ਪਕਾਈ, ਖਾਈ, ਸੌਂ ਗਏ, ਆ ਗਏ ਚਲੇ ਗਏ, ਆ ਗਏ। ਮੈਂ ਕਿਹਾ ਇਹ ਕੋਈ ਜ਼ਿੰਦਗੀ? ਤੁਹਾਡੇ ਆਸ-ਪਾਸ ਕੀ ਹੋ ਰਿਹਾ, ਤੁਹਾਨੂੰ ਤੁਸੀਂ ਕਿਸੇ ਲਈ ਕੀ ਕਰ ਰਹੇ ਹੋ, ਤੁਹਾਡੇ ਪੜੋਸ 'ਚ ਕੌਣ ਰਹਿੰਦਾ, ਉਹ ਕਿੰਨਾ ਤਕਲੀਫ 'ਚ ਹੈ, ਉਹਦੇ ਕੋਲ ਕਿਵੇਂ ਖੜੇ ਹੋਣਾ। ਮੈਂ ਕਿਹਾ ਮੇਰੇ ਕੰਸਰਨ ਸੁਸਾਇਟੀ ਨਾਲ ਹੈ, ਮੇਰੇ ਅੰਦਰ ਮੇਰੀ ਨਾਨੀ ਦੇ ਜੀਨਸ ਹੈ ਜਿਹੜੀ ਪੂਰੇ ਸ਼ਹਿਰ ਨੂੰ ਪਿਆਰ ਕਰਦੀ ਹੈ, ਜਿਹਨੂੰ ਸਾਰਾ ਸ਼ਹਿਰ ਚਾਚੀ ਜੀ ਕਹਿ ਕੇ ਉਹਨਾਂ ਦੇ ਪੈਰੀ ਹੱਥ ਲਾਉਂਦਾ, ਕਿਉਂਕਿ ਉਹ ਸਭ ਦੇ ਦੁੱਖ ਸੁੱਖ 'ਚ ਖੜੀ ਹੈ। ਮੈਂ ਮੇਰੀ ਨਾਨੀ ਬਣਨਾ, ਮਾਂ ਤੂੰ ਨਹੀਂ ਬਣਨਾ।